ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਕੁੜਿੱਕੀ 'ਚ ਫਸੀ, ਹੁਣ ਪੰਜਾਬ ਅੱਗੇ ਅੱਡਣੇ ਪੈਣਗੇ ਹੱਥ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ। ਚਰਨਜੀਤ ਜੀ, ਜੇ ਗੱਲ ਕਰੀਏ ਸਤੰਬਰ ਦਾ ਮਹੀਨਾ ਹੈ ਤੇ ਅੱਜ 11 ਸਤੰਬਰ ਦਾ ਦਿਨ ਹੈ ਤੇ ਤਾਪਮਾਨ ਜਿਹੜਾ ਹੈਗਾ ਲਗਾਤਾਰ ਵੱਧਦਾ ਜਾ ਰਿਹਾ, ਜੋ ਕਿ ਘਟਣ ਦਾ ਨਾਮ ਨਹੀਂ ਲੈ ਰਿਹਾ। ਇਸ ਦਾ ਅਸਰ ਸਾਡੀ ਫਸਲਾਂ ਦੀ ਪੈਦਾਵਾਰ 'ਤੇ ਵੀ ਹੋ ਰਿਹਾ, ਹੋਰ ਸਾਡੇ ਵਾਤਾਵਰਣ 'ਤੇ ਵੀ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ। ਦੂਜੇ ਪਾਸੇ ਗੱਲ ਕਰੀਏ, ਤਾਪਮਾਨ ਨਾ ਘਟਣ ਕਰਕੇ ਬਿਜਲੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ। ਅਤੇ ਉੱਥੇ ਹੀ ਦੇਖੀਏ ਤਾਂ ਦਸੰਬਰ ਮਹੀਨੇ 'ਚ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ 'ਚ ਚੋਣਾਂ ਵੀ ਨਜ਼ਦੀਕ ਆਉਂਦੀਆਂ ਜਾ ਰਹੀਆਂ ਅਤੇ ਤਾਪਮਾਨ ਵਧਣ ਦਾ ਅਸਰ, ਜਿਵੇਂ ਕਿ ਗੱਲ ਕੀਤੀ ਹੈ, ਸਾਡੀ ਫਸਲਾਂ 'ਤੇ ਪੈ ਰਿਹਾ। ਤਾਂ ਮੁਲਕ ਭਰ ਦੇ ਵਿੱਚ ਸੰਭਾਵਨਾ ਜਤਾਈ ਜਾ ਰਹੀ ਹੈ ਵੀ ਕਿ ਆਉਣ ਵਾਲੇ ਦਿਨਾਂ 'ਚ ਫਸਲਾਂ ਦੀ ਜਿਹੜੀ ਕਣਕ ਦੀ ਜਿਹੜਾ ਹੈਗਾ ਮੰਗ ਜਿਹੜੀ ਹੈਗੀ ਵੱਧ ਜਾਏਗੀ, ਪਰ ਸਾਡੇ ਕੋਲ ਪੈਦਾਵਾਰ ਉਸ ਹਿਸਾਬ ਸਿਰ ਨਹੀਂ ਹੋ ਰਹੀ। ਇਸੇ ਤਰ੍ਹਾਂ ਝੋਨੇ ਦਾ ਹਾਲ ਹੈ। ਤਾਂ ਕੇਂਦਰ ਸਰਕਾਰ ਨੂੰ ਜਿਹੜਾ ਹੈਗਾ ਪੰਜਾਬ ਵੱਲ ਦੇਖਣਾ ਪੈ ਸਕਦਾ। ਅਸੀਂ ਜਾਣਨਾ ਚਾਹਾਂਗੇ ਜੋ ਇਹ ਮੌਜੂਦਾ ਹਾਲਾਤ ਬਣੇ ਨੇ, ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਪੰਜਾਬੀ ਦੀ ਇੱਕ ਕਹਾਵਤ ਹੈ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਜਿਸ ਤਰੀਕੇ ਨਾਲ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਔਰ ਸਾਡੀਆਂ ਭਾਰਤ ਦੀਆਂ ਹਕੂਮਤਾਂ ਨੇ ਤਰੱਕੀ ਦੇ ਜਿਹੜੇ ਮਾਡਲ ਹੈ ਉਹ ਬਾਹੇ ਨੇ, ਉਹਨਾਂ ਸਭਨਾਂ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਜਿਸ ਤਰ੍ਹਾਂ ਭਾਰਤ ਸਰਕਾਰ ਨੇ ਪਿਛਲੇ ਟਾਈਮ ਦੇ ਵਿੱਚ ਕਿਸਾਨੀ ਦੀ, ਚਾਹੇ ਉਹ ਖੇਤੀ ਕਾਨੂੰਨਾਂ ਦਾ ਮਸਲਾ ਹੋਵੇ, ਚਾਹੇ MSP ਨੂੰ ਕਾਨੂੰਨੀ ਦਾਇਰੇ ਵਿੱਚ ਲੈ ਕੇ ਆਉਣ ਦੀ ਗੱਲ ਹੋਵੇ, ਜਿਸ ਤਰ੍ਹਾਂ ਕਿਸਾਨ ਭਾਈਚਾਰੇ ਦੀ ਜਿਹੜੀ ਅਣਦੇਖੀ ਕੀਤੀ ਹੈ, ਉਹਨਾਂ ਹਕੂਮਤਾਂ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਦੇਸ਼ ਹੈ ਉਹ ਅਨਾਜ ਦੇ ਸੰਕਟ ਵੱਲ ਹੈ ਜਿਹੜਾ ਉਹ ਆਪਣੇ ਪੈਰ ਕਦਮ ਹੈ ਜਿਹੜੇ ਅੱਗੇ ਵਧਾ ਰਿਹਾ ਹੈਗਾ। ਕਿਸਾਨ ਹੈ ਇੱਕ ਇਸ ਤਰ੍ਹਾਂ ਦਾ, ਤੁਹਾਡੇ ਚੇਤੇ ਹੋਏਗਾ ਕਿ ਜਿਸ ਟਾਈਮ ਸ਼ਾਸਤਰੀ ਜੀ ਦਾ ਜ਼ਮਾਨਾ ਸੀ ਤਾਂ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਅਰਾ ਲੱਗਿਆ ਸੀ, ਔਰ ਕਿਸਾਨ ਦੇਸ਼ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ, ਉਸਨੇ ਕਦੇ ਵੀ ਔਖ ਦੀ ਘੜੀ ਦੇ ਵਿੱਚ ਹਕੂਮਤਾਂ ਨੂੰ ਔਰ ਮੁਲਕ ਨੂੰ ਕਦੇ ਪਿੱਠ ਨਹੀਂ ਦਿਖਾਈ। ਪਰ ਜਦੋਂ ਕਿਸਾਨ ਦੀ ਵਾਰੀ ਆਉਂਦੀ ਹੈ, ਜਦੋਂ ਕੁਦਰਤ ਦੀ ਵਾਰੀ ਆਉਂਦੀ ਹੈ, ਉਦੋਂ ਸਾਡੀਆਂ ਹਕੂਮਤਾਂ ਨੇ ਹਮੇਸ਼ਾ ਜਿਹੜੇ ਆਪਣੇ ਮੂੰਹ ਹੈ ਉਹ ਫੇਰੇ ਨੇ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਆਲਮੀ ਤਪਸ਼ ਹੈ ਜਿਹੜੀ ਉਹ ਵੱਧ ਰਹੀ ਹੈ, ਫਸਲਾਂ ਦੀ ਜਿਹੜੀ ਪੈਦਾਵਾਰ ਹੈ ਉਹਨਾਂ 'ਤੇ ਅਸਰ ਪੈ ਰਿਹਾ, ਉਹ ਘਟ ਰਹੀ ਹੈ, ਔਰ ਅੱਗੇ ਚੋਣਾਂ ਦਾ ਟਾਈਮ ਹੈ ਔਰ ਦੇਸ਼ ਹੈ ਜਿਹੜਾ ਉਹ ਅਨਾਜ ਦੇ ਸੰਕਟ ਵੱਲ ਵੱਧ ਰਿਹਾ ਹੈ, ਤਾਂ ਇਹਦੇ ਪਿੱਛੇ ਕੋਈ ਤਾਂ ਕਾਰਨ ਹੈ ਜਿਹੜਾ ਰਿਹਾ ਹੋਏਗਾ। ਹੁਣ ਪਿਛਲੀਆਂ ਜਦੋਂ ਕਣਕ ਦੀ ਅਸੀਂ ਗੱਲ ਕਰਦੇ ਹੈਗੇ ਹਾਂ ਤਾਂ ਉਦੋਂ ਸਾਡੇ ਟੈਂਪਰੇਚਰ ਅਪ ਰਿਹਾ, ਸਾਡੇ ਕਣਕ ਦੀ ਜਿਹੜੀ ਪੈਦਾਵਾਰ ਹੈ ਉਹ ਪੰਜਾਬ ਦੇ ਵਿੱਚ ਵੀ ਘਟੀ, ਸਮੁੱਚੇ ਦੇਸ਼ ਦੇ ਵਿੱਚ ਵੀ ਘਟੀ। ਹੁਣ ਜਦੋਂ ਝੋਨੇ ਦੀ ਫਸਲ ਪੱਕਣ ਵੱਲ ਵੱਧ ਰਹੀ ਹੈ ਤਾਂ ਇਸ ਟਾਈਮ ਵੀ ਜਿਹੜਾ 11 ਸਤੰਬਰ ਹੋ ਗਿਆ, ਟੈਂਪਰੇਚਰ ਅਜੇ ਵੀ ਅਪ ਹੈ। ਇਹਦਾ ਅਸਰ ਝੋਨੇ ਦੀ ਫਸਲ 'ਤੇ ਵੀ ਪੈ ਰਿਹਾ ਹੈ। ਇਸ ਤਰ੍ਹਾਂ ਹਰਿਆਣੇ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ ਕਿ ਉੱਥੇ ਕਈ ਕਿਸਾਨਾਂ ਨੇ ਜਿਹੜੀ ਆਪਣੀ ਜਿਹੜੀ ਫਸਲ ਹੈ ਝੋਨੇ ਦੀ ਉਹ ਵਾਹ ਦਿੱਤੀ ਹੈ। ਕਈ ਥਾਵਾਂ 'ਤੇ ਬਰਸਾਤਾਂ ਜ਼ਿਆਦਾ ਹੋ ਗਈਆਂ ਨੇ, ਤਵਾਜ਼ਨ ਨਹੀਂ ਰਿਹਾ, ਕਈ ਸੋਕੇ ਦੀ ਮਾਰ ਹੇਠ ਆ ਗਏ ਨੇ। ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ, UP ਹੋਇਆ, ਬਿਹਾਰ ਹੋਇਆ, ਝਾਰਖੰਡ ਹੋਇਆ, ਬੰਗਾਲ ਹੋਇਆ। ਕੁਝ ਸਟੇਟਾਂ ਦੇ ਵਿੱਚ ਜਿਹੜੀ ਉਮੀਦ ਮੁਤਾਬਕ ਜਾਂ ਮਿੱਥੇ ਟੀਚੇ ਮੁਤਾਬਕ ਇਸ ਵਾਰ ਹੈ ਜਿਹੜੀ ਝੋਨੇ ਦੀ ਲੁਆਈ ਵੀ ਨਹੀਂ ਹੋ ਸਕੀ। ਤਾਂ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਇਹ ਨੇ ਕਿ ਜਿਹੜੀ ਸਾਡੀ ਫਸਲ ਆਉਣੀ ਹੈ ਅੱਗੇ 1 ਅਕਤੂਬਰ ਤੋਂ ਪਰਚੇਜ ਕਰਨੀ ਸ਼ੁਰੂ ਕਰਨੀ ਹੈਗੀ ਹੈ, ਉਹਦਾ ਝਾੜ ਹੈ ਜਿਹੜਾ ਉਹ ਹਿੱਟ ਹੋ ਸਕਦਾ ਹੈਗਾ। ਤਾਂ ਪੰਜਾਬ ਹੀ ਇੱਕ ਬਾਹਦ ਇਹੋ ਜਿਹਾ ਸੂਬਾ ਆਤਿਸ਼ ਕਿ ਜਿਹੜਾ ਸੈਂਟਰਲ ਪੂਲ ਦੇ ਵਿੱਚ ਸਭ ਤੋਂ ਜ਼ਿਆਦਾ ਜਾਂ ਸਭ ਤੋਂ ਵੱਧ ਰੇਸ਼ੋ ਨਾਲ ਹੈ ਜਿਹੜਾ ਉਹ ਕਣਕ ਝੋਨੇ ਦੀ ਜਿਹੜੀ ਕੰਟਰੀਬਿਊਟ ਕਰਦਾ ਹੈਗਾ। ਜੇ ਕਣਕ ਦੀ ਗੱਲ ਕਰੀਏ ਆਪਾਂ ਤਾਂ ਪੰਜਾਬ ਹੈ ਐਤਕੀ ਸਭ ਤੋਂ ਵੱਧ ਟੌਪ 'ਤੇ ਰਹਿੰਦਾ ਹਮੇਸ਼ਾ। ਮੱਧ ਪ੍ਰਦੇਸ਼ 46 ਲੱਖ ਟਨ ਉੱਥੇ ਪ੍ਰੋਕਿਓਰ ਹੋਈ ਸੀਗੀ। ਸਾਡਾ ਗੁਆਂਢੀ ਸੂਬਾ ਹਰਿਆਣਾ ਹੈ, ਉੱਥੇ 42 ਲੱਖ ਮੀਟਰਿਕ ਟਨ ਹੈ ਜਿਹੜੀ ਪ੍ਰੋਕਿਓਰਮੈਂਟ ਹੋਈ ਸੀਗੀ। ਤਾਂ ਮੇਜਰ ਜਿਹੜਾ ਕੰਟਰੀਬਿਊਸ਼ਨ ਹੈ ਉਹ ਹਮੇਸ਼ਾ ਸਟੇਟ ਦਾ ਰਹਿੰਦਾ ਹੈਗਾ। ਤਾਂ ਜਦੋਂ ਹੁਣ ਤਾਪਮਾਨ ਸਮੁੱਚੇ ਦੇਸ਼ ਦੇ ਵਿੱਚ, ਸਮੁੱਚੇ ਦੇਸ਼ 'ਚ ਕੀ ਜਿਹੜਾ ਮੌਸਮੀ ਤਬਦੀਲੀ ਹੈ ਇਹ ਸਮੁੱਚੇ ਵਰਲਡ ਦੇ ਵਿੱਚ ਹੋ ਰਹੀ ਹੈ, ਅਸੀਂ ਇਸ ਨੂੰ ਇਗਨੋਰ ਕੀਤਾ ਹੋਇਆ। ਮਨੁੱਖ ਵੀ ਅਵੇਸਲਾ ਹੋਇਆ ਹੋਇਆ ਔਰ ਸਾਡੀਆਂ ਸਰਕਾਰਾਂ ਵੀ ਅਵੇਸਲਾ ਹੋਈਆਂ ਹੋਈਆਂ ਨੇ। ਕੋਈ ਸਰਕਾਰ, ਕੋਈ ਵੀ ਪਾਰਟੀ ਨੇ ਕਦੇ ਵੀ ਜਿਹੜਾ ਵਾਤਾਵਰਨ
ਨੂੰ ਕਦੇ ਵੀ ਆਪਣੇ ਏਜੰਡੇ ਤੇ ਨਹੀਂ ਰੱਖਿਆ ਜੀ ਤੇ ਹੁਣ ਉਸ ਦੇ ਜਿਹੜੇ ਆਉਣ ਵਾਲੇ ਟਾਈਮ 'ਚ ਸਾਨੂੰ ਜਿਹੜਾ ਨਤੀਜੇ ਹੈ ਉਹ ਭੁਗਤਣੇ ਪੈ ਸਕਦੇ ਨੇ। ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਕਿ ਪਿਊਸ਼ ਗੋਇਲ ਜੀ ਸਾਡੇ ਜਿਹੜੇ ਕੇਂਦਰ ਦੇ ਮੰਤਰੀ ਨੇ, ਉਹਨਾਂ ਨੇ ਖੁਦ ਉਹਨਾਂ ਨੂੰ ਕਹਿਣਾ ਪਿਆ ਕਿ ਸਟੇਟਾਂ ਦੇ ਵਿੱਚ ਜਿਹੜੀ ਅਨਾਜ ਦੀ ਪੈਦਾਵਾਰ ਹੈ ਜਿਹੜੀ ਉਹ ਘਟ ਸਕਦੀ ਹੈ, ਔਰ ਕਿਉਂਕਿ ਇਸ ਵਾਰ ਜਿਹੜੀ ਬਜਾਂਦ ਹੈ ਉਹ ਘਟ ਹੋਈ ਹੈ। ਜੀ ਇਸ ਤਰ੍ਹਾਂ 2 ਦਿਨ ਪਹਿਲਾਂ ਸਰਕਾਰ ਦਾ ਇੱਕ ਫੈਸਲਾ ਖਬਰ ਪੜ੍ਹੀ ਹੈ ਕਿ ਜਿਹੜਾ ਬ੍ਰੋਕਨ ਰਾਈਸ ਹੈ ਉਹਨੂੰ ਐਕਸਪੋਰਟ ਕਰਨ ਤੇ ਜਿਹੜੀ ਪਾਬੰਦੀ ਲਗਾ ਦਿੱਤੀ ਹੈ। ਤਾਂ ਇਸੇ ਦੌਰਾਨ ਜਦੋਂ MSP ਦੀ ਕਮੇਟੀ, ਤੁਹਾਡੇ ਯਾਦ ਹੋਏਗਾ ਪਿੱਛੇ ਸੈਂਟਰ ਗੌਰਮੈਂਟ ਨੇ ਬਣਾਈ ਹੈ, ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਨੂੰ ਇਗਨੋਰ ਵੀ ਕੀਤਾ ਹੈ, ਉਹਦੀ ਨੈਚੁਰਲ ਫਾਰਮਿੰਗ ਦੀ ਮੀਟਿੰਗ ਰੱਖੀ ਵੀ ਸੀ 21 ਤਰੀਕ ਦੀ, ਉਹਨੂੰ ਵੀ ਹੈਦਰਾਬਾਦ ਰੱਖੀ ਸੀ, ਉਹਨੂੰ ਵੀ ਕੈਂਸਲ ਕਰ ਦਿੱਤਾ। ਹੁਣ ਇੱਕ ਪਾਸੇ ਤਾਂ ਸਾਡੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਤੁਸੀਂ ਅਨਾਜ ਦੀ ਪੈਦਾਵਾਰ ਵਧਾਓ, ਜੀ ਜਿਸ ਤਰ੍ਹਾਂ ਪਿਊਸ਼ ਗੋਇਲ ਜੀ ਨੇ ਕਹਿ ਰਿਹਾ। ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਨੇ। ਜਦੋਂ ਅਨਾਜ ਦੇ ਵਿੱਚ ਕੋਈ ਇਸ ਕਿਸਮ ਦੇ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਦੇ ਹਾਲਾਤ ਬਣਦੇ ਨੇ ਕਿ ਸਾਡੀ ਡਿਮਾਂਡ ਦੇ ਮੁਤਾਬਕ ਸਾਡੇ ਕੋਲ ਚਾਵਲ ਹੈ ਜਾਂ ਕਣਕ ਹੈ ਉਹ ਨਾ ਰਹੀ, ਤਾਂ ਫਿਰ ਸਾਡੀ ਪ੍ਰਾਇਓਰਟੀ ਫਿਰ ਇਸੇ ਫਸਲੀ ਚੱਕਰ ਵੱਲ ਵਧੇਗੀ ਜੀ ਕਿ ਅਸੀਂ ਕਣਕ ਝੋਲੇ ਵੱਲ ਪਵਾਂਗੇ। ਤਾਂ ਡਾਈਵਰਸੀਫਿਕੇਸ਼ਨ ਨੂੰ ਵੀ ਇੱਕ ਤਰੀਕੇ ਨਾਲ ਇਹ ਸੱਟ ਲੱਗੇਗੀ। ਇਹ ਸਾਰਾ ਵਧੇ ਹੋਏ ਤਾਪਮਾਨ ਦਾ ਜਾਂ ਤਪਸ਼ ਦਾ ਪ੍ਰਤਾਪ ਹੈਗਾ। ਜੀ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਕੁੜਕੀ ਵਾਲੀ ਤੁਸੀਂ ਗੱਲ ਕੀਤੀ ਹੈ ਕਿ ਕੇਂਦਰ ਸਰਕਾਰ ਕਿਸੇ ਕਿਸਮ ਦੀ ਮੁਸੀਬਤ ਦੇ ਵਿੱਚ ਫਸ ਸਕਦੀ ਹੈ। ਨੈਚੁਰਲੀ ਜੇ ਮੁਲਕ ਦੇ ਵਿੱਚ ਅਨਾਜ ਦੀ ਪੈਦਾਵਾਰ ਘੱਟ ਹੋਏਗੀ, ਜਿਸ ਤਰ੍ਹਾਂ ਇਹਦਾ ਇਕੱਲਾ ਇਹ ਨਹੀਂ ਕਿ ਤਾਪਮਾਨ ਦੀ ਗੱਲ ਹੈ, ਜਿਸ ਤਰ੍ਹਾਂ ਰਸ਼ੀਆ ਅਤੇ ਯੂਕਰੇਨ ਦੇ ਵਿੱਚ ਜੰਗ ਲੱਗੀ ਹੈ, ਜੀ ਤਾਂ ਉਹਦੇ ਵਿੱਚ ਉਹ ਦੋਨੇ ਮੇਜਰ ਪ੍ਰੋਡਿਊਸਰ ਸਟੇਟ ਨੇ, ਵੀਟ ਪ੍ਰੋਡਿਊਸਰ ਸਟੇਟ ਕੰਟਰੀ ਨੇ, ਤਾਂ ਉਹਨਾਂ ਦੇ ਵਿੱਚ ਵੀ ਇਸ ਵਾਰ ਜਿਹੜੀ ਹਾਰਵੈਸਟਿੰਗ ਨਹੀਂ ਹੋ ਸਕੀ ਹੈ। ਤਾਂ ਉਹਦੇ ਕਰਕੇ ਓਵਰਆਲ ਕਣਕ ਦੀ ਜਿਹੜੀ ਡਿਮਾਂਡ ਹੈ ਸਮੁੱਚੇ ਵਿਸ਼ਵ ਦੇ ਵਿੱਚ ਉਹ ਵਧੀ ਹੋਈ ਹੈ। ਜੀ ਬਿਲਕੁਲ। ਤਾਂ ਇਹ ਸਾਰੇ ਹਾਲਾਤ ਨੇ। ਤੇ ਇੱਧਰ ਜਿਸ ਟਾਈਮ ਸਾਡੇ ਇੰਡੀਆ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਆ, ਤਾਂ ਜਿਸ ਟਾਈਮ ਕੋਵਿਡ ਦਾ ਟਾਈਮ ਸ਼ੁਰੂ ਹੋਇਆ ਸੀਗਾ, ਜੀ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤੀ ਸੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ, ਜਿਹਦੇ ਵਿੱਚ ਮੁਫਤ ਅਨਾਜ ਹੈ ਜਿਹੜੇ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ। ਉਹਦੇ ਵਿੱਚ ਕੋਵਿਡ ਦੇ ਟਾਈਮ ਤਾਂ ਚਲੋ ਠੀਕ ਹੈ, ਇੱਕ ਮਾੜੇ ਹਾਲਾਤਾਂ ਵਿੱਚ ਅਸੀਂ ਗੁਜ਼ਰ ਚੁੱਕੇ ਸੀ, ਤਾਂ ਉਦੋਂ ਵੀ ਕਿਸਾਨੀ ਕੰਮ ਆਈ, ਉਦੋਂ ਵੀ ਸਾਡੀਆਂ ਫਸਲਾਂ ਕੰਮ ਆਈਆਂ, ਸਾਡੇ ਜਿਹੜੇ ਗੋਦਾਮ ਭਰੇ ਹੋਏ ਸੀ ਅਨਾਜ ਦੇ, ਤਾਂ ਅਸੀਂ ਸਮੁੱਚੇ ਵਿਸ਼ਵ ਨੂੰ, ਸਮੁੱਚੇ ਦੇਸ਼ ਨੂੰ ਅਸੀਂ ਭੇਜੇ। ਪੰਜਾਬ ਦੇ ਗੋਦਾਮ ਅੱਜ ਤਕਰੀਬਨ ਓਪਨ ਪਲੰਥ ਹੈ ਜਿਹੜੀਆਂ ਉਹ ਸਾਰੀਆਂ ਖਾਲੀ ਹੋ ਚੁੱਕੀਆਂ ਨੇ। ਤੇ ਉਸ ਟਾਈਮ ਸਾਰੇ ਸੈਕਟਰ ਦਾ ਗਰੋਥ ਰੇਟ ਜਿਹੜਾ ਡਾਊਨ ਜਾ ਰਿਹਾ ਸੀ, ਤਾਂ ਜਿਹੜਾ ਖੇਤੀ ਸੈਕਟਰ ਸੀ ਜਿਹਦਾ ਗਰੋਥ ਰੇਟ ਅਪ ਹੋ ਰਿਹਾ ਸੀਗਾ। ਬਿਲਕੁਲ। ਇਹਦਾ ਮਤਲਬ ਹੈ ਕਿ ਫਸਲੀ ਸੈਕਟਰ ਦੇ ਵਿੱਚ ਜਾਂ ਖੇਤੀ ਸੈਕਟਰ ਦੇ ਵਿੱਚ ਸੰਭਾਵਨਾਵਾਂ ਜਿਹੜੀਆਂ ਬਹੁਤ ਨੇ। ਤਾਂ ਇਸੇ ਗੱਲ ਤੋਂ ਸਾਨੂੰ ਇਹ ਵੀ ਝੋਲਾ ਪੈਂਦਾ ਹੈਗਾ ਕਿ ਜਿਹੜੀ ਕਾਰਪੋਰੇਟ ਨੂੰ ਖੁਸ਼ ਕਰਨ ਦੀ ਨੀਤੀ ਸੀ, ਤਾਂ ਉਹਨਾਂ ਨੂੰ ਲੱਗਦਾ ਕਿ ਇਸੇ ਕਰਕੇ ਜਿਹੜੇ ਖੇਤੀ ਕਾਨੂੰਨ ਘੜੇ ਜਾ ਰਹੇ ਸੀਗੇ, ਕਿ ਤਾਂ ਕਿ ਸੰਕਟ ਦੇ ਵਿੱਚ ਜਦੋਂ ਅਨਾਜ ਦੀ ਮੰਗ ਵਧੇਗੀ ਤਾਂ ਵੱਧ ਤੋਂ ਵੱਧ ਕਾਰਪੋਰੇਟ ਉਹਨਾਂ ਚੀਜ਼ਾਂ ਦਾ ਜਿਹੜਾ ਫਾਇਦਾ ਉਠਾ ਸਕਣ। ਹੁਣ ਗਰੀਬ ਕਲਿਆਣ ਯੋਜਨਾ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਆਤਿਸ਼, ਉਹਦਾ ਜਿਹੜਾ ਟਾਈਮ ਪੀਰੀਅਡ ਆ ਉਹ ਸਤੰਬਰ ਦੇ ਵਿੱਚ ਖਤਮ ਹੋ ਜਾਏਗਾ। ਬਿਲਕੁਲ। ਹੁਣ ਉਦੋਂ ਬਾਅਦ ਸਰਕਾਰ ਨੇ ਫੈਸਲਾ ਲੈਣਾ, ਭਾਰਤ ਸਰਕਾਰ ਨੇ, ਕਿ ਗਰੀਬਾਂ ਨੂੰ ਜਿਹਨੂੰ 80 ਕਰੋੜ ਦਾ ਡਾਟਾ ਦਿੱਤਾ ਹੈ ਕਿ 80 ਕਰੋੜ ਲੋਕਾਂ ਨੂੰ ਜਿਹੜੀ ਉਹ ਮੁਫਤ ਅਨਾਜ ਦਿੰਦੇ ਹੈ ਵਾਧੂ PDS ਤੋਂ ਬਾਅਦ, ਕੀ ਉਹ ਅੱਗੇ ਉਸ 'ਚ ਵਾਧਾ ਕਰਨਾ ਜਾਂ ਨਹੀਂ ਕਰਨਾ। ਹੁਣ ਇੱਕ ਪਾਸੇ ਸਾਡੇ ਕੋਲੇ ਦੇਸ਼ ਦੇ ਜਿਹੜੇ ਅਨਾਜ ਭੰਡਾਰ ਹੈ ਉਹ ਖਾਲੀ ਹੋਣ ਲੱਗੇ ਨੇ, ਦੂਜੇ ਪਾਸੇ ਸਾਡੇ ਸਾਹਮਣੇ ਜਿਹੜੀਆਂ ਹੈਗੀਆਂ ਨੇ ਗਰੀਬ ਕਲਿਆਣ ਯੋਜਨਾ, ਤੀਜੇ ਪਾਸੇ ਸਾਡੇ ਸਾਹਮਣੇ ਹੈਗੀ ਹੈ ਗੁਜਰਾਤ ਦੀਆਂ ਚੋਣਾਂ, ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ। ਤਾਂ ਹੁਣ ਭਾਰਤ ਸਰਕਾਰ ਲਈ ਇਹ ਮੁਸੀਬਤ ਹੈ, ਇਸ ਤਰ੍ਹਾਂ ਦੀ ਇੱਕ ਕਸੂਤੀ ਸਥਿਤੀ ਬਣੀ ਹੋਈ ਹੈ। ਤਾਂ ਉਹ ਇਹ ਵੀ ਨਹੀਂ ਬਾਰਾ ਖਾਏਗਾ ਉਹਨਾਂ ਨੂੰ ਕਿ ਜਿਹੜੀ ਗਰੀਬ ਕਲਿਆਣ ਯੋਜਨਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ UP ਦੇ ਵਿੱਚ ਜੇ ਸਾਨੂੰ ਐਡਾ ਵੱਡਾ ਮੈਂਡੇਟ ਮਿਲਿਆ ਹੈ, ਤਾਂ ਉਹਦਾ ਕਾਰਨ ਇੱਕ ਵੱਡਾ ਫੈਕਟਰ ਇਹ ਵੀ ਰਿਹਾ ਕਿ ਅਸੀਂ ਗਰੀਬਾਂ ਨੂੰ ਜਿਹੜਾ ਮੁਫਤ ਅਨਾਜ ਦਿੱਤਾ ਹੈ। ਤਾਂ ਹੀ ਇਸੇ ਕਰਕੇ ਇਸ ਨੂੰ 6-6 ਮਹੀਨਿਆਂ ਲਈ ਅੱਗੇ ਵਧਾਇਆ ਜਾ ਰਿਹਾ ਹੈ। ਤਾਂ ਹੁਣ ਵੀ ਸਰਕਾਰ ਹੈ ਜਿਹੜੀ ਉਹ ਇਸ ਕਿਸਮ ਦਾ ਸੋਚੇਗੀ ਕਿ ਇਹਨੂੰ 6 ਮਹੀਨੇ ਦੇ ਵਿੱਚ ਹੋਰ ਹੈ ਜਿਹੜਾ ਉਹ ਵਾਧਾ ਕਰ ਦਿੱਤਾ ਜਾਵੇ। ਪਰ ਇਹਦੇ ਲਈ ਅਨਾਜ ਵੀ ਤਾਂ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਬਿਲਕੁਲ। ਹੁਣ ਜਿਵੇਂ ਪੰਜਾਬ ਦੇ ਵਿੱਚੋਂ ਬਹੁਤ ਸਾਰਾ ਅਨਾਜ ਹੈ ਜਿਹੜਾ ਉਸ ਬਾਏ ਰੋਡ ਹੈ ਉਹ ਰਾਜਸਥਾਨ ਜਾ ਰਿਹਾ ਹੈਗਾ, ਕਣਕ ਜਾ ਰਹੀ ਹੈਗੀ ਹੈ। PDS ਦੇ ਵਿੱਚ ਆਤਿਸ਼ ਜਾਂ ਜਿਹੜਾ ਗਰੀਬ ਕਲਿਆਣ ਯੋਜਨਾ ਦੇ ਵਿੱਚ ਜਿਹੜਾ ਅਨਾਜ ਦਿੱਤਾ ਜਾਂਦਾ ਸੀਗਾ, ਸਾਡੇ ਕੋਲ ਜਿਹੜੀਆਂ ਸਟੇਟਾਂ ਨੂੰ ਅਸੀਂ ਕਣਕ ਭੇਜ ਰਹੇ ਸੀ, ਉਹਨਾਂ 'ਚੋਂ 10 ਸਟੇਟਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਸਰਕਾਰ ਨੇ ਉਹਨਾਂ ਦਾ ਅਲਟਰਨੇਟ ਕਰ ਦਿੱਤਾ ਕਿ ਤੁਸੀਂ ਚੌਲ ਲਓ। ਜਿਵੇਂ ਗੁਜਰਾਤ ਦੇ ਲੋਕਾਂ ਨੇ ਮਨਾ ਵੀ ਕੀਤਾ ਕਿ ਸਾਨੂੰ ਤਾਂ ਕਣਕ ਦਿਓ। ਉਹਦਾ ਕਾਰਨ ਕੀ ਹੈ
ਕਿ ਕਣਕ ਦੀ ਸ਼ਾਰਟੇਜ ਆ ਗਈ। ਸ਼ਾਰਟੇਜ ਆਉਣ ਕਰਕੇ ਉਹਨਾਂ ਨੇ ਕੀ ਕਿਹਾ ਕਿ ਪੀਡੀਐਸ ਦੇ ਵਿੱਚ ਅਸੀਂ ਤੁਹਾਨੂੰ ਕਣਕ ਨਹੀਂ ਦੇ ਸਕਦੇ, ਤੁਸੀਂ ਚਾਵਲ ਲੈਣਾ ਸ਼ੁਰੂ ਕਰ ਦਿੱਤੋ। ਕਈ ਸਟੇਟਾਂ ਇਸ ਗੱਲ ਤੋਂ ਜਿਹੜੇ ਆ ਇਨਕਾਰ ਵੀ ਕਰ ਰਹੀਆਂ ਨੇ। ਤਾਂ ਆਉਣ ਵਾਲੇ ਦਿਨ ਬੜੇ ਕ੍ਰਿਟੀਕਲ ਨੇ ਫਸਲੀ ਪੈਦਾਵਾਰ ਦੇ ਐਂਗਲ ਤੋਂ। ਠੀਕ ਹੈ, ਜਿੱਥੇ ਸਰਕਾਰਾਂ ਲਈ ਦੇਸ਼ ਦੇ ਵਿੱਚ ਇਸ ਕਿਸਮ ਦਾ ਕੋਈ ਸੰਕਟ ਬਣਨ ਦੀ ਸੰਭਾਵਨਾ ਹੈ, ਪਰ ਲੋਕ ਤਾਂ ਸਮੁੱਚੇ ਕਿਸੇ ਵੀ ਔਖ ਦੀ ਘੜੀ ਹੋਵੇ, ਦੇਸ਼ 'ਤੇ ਵਿਪਤਾਈ ਹੋਵੇ, ਲੋਕ ਇਕਜੁੱਟ ਹੋ ਕੇ ਸਰਕਾਰਾਂ ਦੇ ਨਾਲ ਖੜਦੇ ਰਹੇ ਨੇ। ਸਾਡੀ ਕਿਸਾਨੀ ਜਦੋਂ ਹਰੀ ਕ੍ਰਾਂਤੀ ਦਾ ਟਾਈਮ ਸੀ, ਉਦੋਂ ਵੀ ਪੰਜਾਬ ਨੇ ਉਸ ਗੱਲ ਦੀ ਅਗਵਾਈ ਕੀਤੀ। ਇਹ ਵੱਖਰੀ ਗੱਲ ਹੈ ਕਿ ਸਰਕਾਰਾਂ ਕਿਸਾਨਾਂ ਦਾ ਜਿਹੜਾ ਕਿੰਨਾ ਕੁ ਮੁੱਲ ਹੈ ਉਹ ਧਾਰਦੀਆਂ ਨੇ, ਪਰ ਜਿਹੜੇ ਹਾਲਾਤ ਆਉਣ ਵਾਲੇ ਟਾਈਮ ਦੇ ਲੱਗਦੇ ਨੇ ਉਹ ਕੋਈ ਬਹੁਤੇ ਸਿਖਾਵੇਂ ਨਹੀਂ। ਸਰਕਾਰਾਂ ਜਿਹੜੀਆਂ ਪੋਲੀਟੀਕਲ ਨਜ਼ਰੀਏ ਤੋਂ ਫੈਸਲੇ ਲੈਂਦੀਆਂ ਨੇ। ਇਹੀ ਕਾਰਨ ਇੱਕ ਵੱਡਾ ਇਹ ਵੀ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਅਨਾਜ ਦੇ ਭੰਡਾਰ ਹੈ ਜਿਹੜੇ ਖਾਲੀ ਹੋ ਰਹੇ ਨੇ, ਔਰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਜਿਹੜੀ ਬੁੱਕਤ ਹੈ, ਕਿਸਾਨੀ ਦੀ ਜਿਹੜੀ ਬੁੱਕਤ ਹੈ ਉਹ ਵਧੇਗੀ, ਔਰ ਭਾਰਤ ਸਰਕਾਰ ਨੂੰ ਜਿਹੜਾ ਪੰਜਾਬ ਵੱਲ ਦੇਖਣਾ ਪਏਗਾ, ਜਾਂ ਆਪਾਂ ਕਹਿ ਦਈਏ ਕਿ ਝੋਲੀ ਹੈ ਇੱਕ ਤਰੀਕੇ ਨਾਲ ਅੱਡਣੀ ਪਏਗੀ। ਜੀ ਚਰਨਜੀਤ ਜੀ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਕਿ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ, ਤਾਪਮਾਨ ਵਧਣ ਦੇ ਨਾਲ ਹੀ ਗੱਲ ਕਰੀਏ ਤਾਂ ਬਿਜਲੀ ਦੀ ਮੰਗ ਵੀ ਵੱਧ ਰਹੀ ਆ, ਉਹ ਘਟਣ ਦਾ ਨਾਮ ਨਹੀਂ ਲੈ ਰਹੀ। ਅਜਿਹੇ ਹਾਲਾਤਾਂ ਦੇ ਵਿੱਚ ਜੇਕਰ ਪਾਵਰਕੌਮ ਕੱਲ੍ਹ ਨੂੰ ਹੱਥ ਖੜੇ ਕਰ ਦਿੰਦਾ, ਜੋ ਕਿ ਪਹਿਲਾਂ ਵੀ ਕਈ ਵਾਰ ਦੇਖਣ 'ਚ ਮਿਲਿਆ ਕਿ ਪਾਵਰਕੌਮ ਕੋਲ ਕਾਲਜ ਦੀ ਸ਼ੋਰਟੇਜ ਹੋ ਜਾਂਦੀ ਹੈ, ਹੋਰ ਵੀ ਕਈ ਤਰ੍ਹਾਂ ਦੀ ਦਿੱਕਤਾਂ ਆ ਜਾਂਦੀਆਂ। ਜੇਕਰ ਮੁੜ ਪਾਵਰਕੌਮ ਹੱਥ ਖੜੇ ਕਰ ਦਿੰਦਾ ਤਾਂ ਪੰਜਾਬ 'ਚ ਕਿਹੋ ਜਿਹੇ ਹਾਲਾਤ ਬਣਨਗੇ, ਇਹ ਜ਼ਰੂਰ ਚਾਨਣਾ ਪਾਓ। ਦੇਖੋ, ਹਾਲ ਦੀ ਘੜੀ ਤਾਂ ਇਹ ਹੈ ਕਿ ਪਾਵਰਕੌਮ ਨੇ ਜਿਸ ਤਰ੍ਹਾਂ ਦਾ ਆਪਾਂ ਟਰੈਕ ਰਿਕਾਰਡ ਇਹਨਾਂ ਦਾ ਪੈਡੀ ਸੀਜ਼ਨ ਤੋਂ ਜਦੋਂ ਨਵੀਂ ਸਰਕਾਰ ਬਣੀ ਸੀਗੀ ਦੇਖ ਰਹੇ ਹਾਂ, ਇਹ ਲੱਗਦਾ ਸੀ ਕਿ ਜਿਹੜੀ ਬਿਜਲੀ ਦੀ ਡਿਮਾਂਡ ਹੈ ਉਹ ਨਵੀਂ ਸਰਕਾਰ ਕਿਸ ਤਰ੍ਹਾਂ ਪੂਰੀ ਕਰੇਗੀ। ਕਿਉਂਕਿ ਪਿਛਲੇ ਸਾਲ ਤੁਹਾਡੇ ਯਾਦ ਹੋਊਗਾ ਕਿ ਜਦੋਂ ਪੈਡੀ ਸੀਜ਼ਨ ਆਇਆ ਸੀ ਤੇ ਪਾਵਰ ਕੱਟ ਲੱਗਣੇ ਸ਼ੁਰੂ ਹੋ ਗਏ ਸੀ। ਬਿਲਕੁਲ। ਐਤਕੀ ਬਿਜਲੀ ਦੀ ਡਿਮਾਂਡ ਵੀ ਬਹੁਤ ਵਧੀ ਹੈ। ਵਧੀ ਕੀ ਹੈ ਕਿ ਹੁਣ ਤੱਕ ਵਧੀ ਹੋਈ ਹੈ। ਇਹਦੇ ਬਾਵਜੂਦ ਪਿੰਡਾਂ ਨੂੰ ਐਤਕੀ ਪੈਡੀ ਸੀਜ਼ਨ ਦੇ ਵਿੱਚ ਜਿਹੜੀ ਬਿਜਲੀ ਦੀ ਸਪਲਾਈ ਹੈ ਜਿਹੜੀ ਉਹ ਅੱਛੀ ਮਿਲੀ ਹੈ। ਉਹਦਾ ਕਾਰਨ ਚਾਹੇ ਬਾਰਿਸ਼ਾਂ ਵੀ ਸ਼ੁਰੂਆਤੀ ਦੌਰ ਦੇ ਵਿੱਚ ਹੋਈਆਂ ਨੇ, ਪਰ ਅਗਸਤ ਮਹੀਨੇ 'ਚ ਵੀ ਬਹੁਤ ਡਿਮਾਂਡ ਰਹੀ ਹੈ। 14,000 ਤੋਂ ਕਦੇ ਘਟੀ ਨਹੀਂ ਸੀ, 13,000 ਤੋਂ ਤਾਂ ਘਟੀ ਹੋਈ ਨਹੀਂ। ਨੋਰਮਲ ਹਾਲਾਤਾਂ ਦੇ ਵਿੱਚ ਅਤਿਸ਼ੇ ਹੁੰਦਾ ਹੈ ਕਿ ਜਿਹੜੀ ਡਿਮਾਂਡ ਹੈ ਉਹ ਜੁਲਾਈ ਤੋਂ ਬਾਅਦ, ਖਾਸ ਕਰਕੇ ਅਗਸਤ ਦੇ ਮਹੀਨੇ ਦੇ ਵਿੱਚ ਉਹ ਘਟਣੀ ਸ਼ੁਰੂ ਹੋ ਜਾਂਦੀ, ਉਹ ਡੋਮੈਸਟਿਕ ਦੀ ਵੀ ਔਰ ਐਗਰੀਕਲਚਰ ਸੈਕਟਰ ਦੀ। ਪਰ ਇਸ ਵਾਰ ਦੋਨੇ ਡਿਮਾਂਡ ਹੈ ਜਿਹੜੀਆਂ ਉਸ ਤਰ੍ਹਾਂ ਹੀ ਆਪ ਆ ਰਹੀਆਂ। ਉਹਦਾ ਕਾਰਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੌਸਮੀ ਤਬਦੀਲੀ ਹੈ, ਕਿ ਸਾਡਾ ਜਿਹੜਾ ਪਾਰਾ ਹੈ ਉਹ ਅਜੇ ਵੀ ਕਾਫੀ ਅਪ ਹੈ। ਗਰਮੀ ਹੈ ਜਿਹੜੀ ਉਹ ਘਟਣ ਦਾ ਨਾਂ ਨਹੀਂ ਲੈ ਰਹੀ। ਜਿਵੇਂ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਕਿ ਇੱਕ ਲੰਬਾ ਟਾਈਮ ਧੁੰਦਾਂ ਪੈਂਦੀਆਂ ਹੁੰਦੀਆਂ ਸੀ ਸਰਦੀ ਦੇ ਮੌਸਮ ਦੇ ਵਿੱਚ, ਹੁਣ ਸਾਡੇ ਕੋਲ ਇੱਕ ਤਰ੍ਹਾਂ ਦੀ ਸੰਕੇਤਿਕ ਤੌਰ 'ਤੇ ਕੁਦਰਤ ਧੁੰਦ ਪਾਉਂਦੀ ਹੈਗੀ ਹੈ। ਕਿਉਂਕਿ ਅਸੀਂ ਵੀ ਅਵੇਸਲੇ ਰਹੇ ਹਾਂ ਕੁਦਰਤ ਪ੍ਰਤੀ, ਜਿਹੜੇ ਸਾਡੇ ਅਖਲਾਕੀ ਫਰਜ਼ ਸੀ ਅਸੀਂ, ਜਾਂ ਸੋਸ਼ਲੀ ਸਾਡੇ ਫਰਜ਼ ਸੀ, ਅਸੀਂ ਉਹਨਾਂ ਤੋਂ ਵੀ ਭੱਜੇ ਹਾਂ, ਮਨੁੱਖ ਵੀ ਭੱਜਿਆ, ਸਰਕਾਰਾਂ ਵੀ ਭੱਜੀਆਂ, ਅਤੇ ਹੁਣ ਉਹਦਾ ਮੋੜਵੇਂ ਰੂਪ ਦੇ ਵਿੱਚ ਕੁਦਰਤ ਸਾਨੂੰ ਇਹ ਸਾਰੀਆਂ ਚੀਜ਼ਾਂ ਰੰਗ ਰੂਪ ਹੈ ਜਿਹੜਾ ਦਿਖਾ ਰਹੀ ਹੈਗੀ ਹੈ। ਤਾਂ ਹੁਣ ਜਦੋਂ ਬਿਜਲੀ ਬੋਰਡ ਦੀ ਆਪਾਂ ਗੱਲ ਕਰ ਰਹੇ ਹਾਂ, ਪਾਵਰਕੌਮ ਦੀ ਗੱਲ ਕਰ ਰਹੇ ਹਾਂ, ਤਾਂ ਇਹ ਇਕੱਲਾ ਇੱਥੇ ਹੀ ਨਹੀਂ, ਸਾਡੇ ਸਾਰੀਆਂ ਸਟੇਟਾਂ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਪਾਵਰ ਦੀ ਡਿਮਾਂਡ ਹੈ ਉਹ ਕਾਫੀ ਅਪ ਹੈ। ਵੈਸੇ ਤਾਂ ਦੇਖਿਆ ਜਾਵੇ ਤਾਂ ਤੁਸੀਂ ਖਬਰਾਂ ਪੜ੍ਹੀਆਂ ਹੋਣਗੀਆਂ ਸਾਡੇ ਦਰਸ਼ਕਾਂ ਨੇ ਵੀ, ਕਿ ਐਤਕੀ ਕੈਲੀਫੋਰਨੀਆ ਦੇ ਵਿੱਚ ਇੱਦਾਂ ਦੇ ਹਾਲਾਤ ਬਣੇ ਆ ਪਿਛਲੇ ਦਿਨਾਂ ਦੇ ਵਿੱਚ ਕਿ ਉਹਨਾਂ ਨੂੰ ਗ੍ਰਿਡ ਫੇਲ ਦਾ ਜਿਹੜਾ ਅਲਰਟ ਹੈ ਉਹ ਜਾਰੀ ਕਰਨਾ ਪਿਆ ਸੋਸ਼ਲ ਮੀਡੀਆ 'ਤੇ। ਉਹਨਾਂ ਨੂੰ ਕਹਿਣਾ ਪਿਆ, ਲੋਕਾਂ ਨੂੰ ਅਪੀਲ ਕਰਨੀ ਪਈ ਕਿ ਤੁਸੀਂ ਬਿਜਲੀ ਦਾ ਲੋਡ ਹੈ ਜਿਹੜਾ ਉਹ ਘਟਾਓ। ਪਰ ਉੱਥੋਂ ਦੇ ਲੋਕਾਂ ਦੇ ਕਰੈਕਟਰ ਦੇ ਵਿੱਚ ਵੀ ਫਰਕ ਹੈ, ਤਾਂ ਉਹਨਾਂ ਨੇ ਇਸ ਚੀਜ਼ ਨੂੰ ਦੇਖਦੇ ਅਪੀਲ ਆਪਣੇ ਜਿਹੜੀਆਂ ਬੱਤੀਆਂ ਨੇ ਉਹ ਬੰਦ ਕਰ ਲਈਆਂ, ਜਾਂ ਏਸੀ ਹੈ ਉਹ ਬੰਦ ਕਰ ਲਏ, ਤਾਂ ਉਸ ਚੀਜ਼ ਨੂੰ ਜਿਹੜੀ ਇੱਕ ਔਖ ਦੀ ਘੜੀ ਸੀ ਉਸ ਨੂੰ ਟਾਲਿਆ ਜਾ ਸਕਿਆ, ਉਸ ਸੰਕਟ ਨੂੰ ਤੋਂ ਪਾਸਾ ਵੱਟਿਆ ਜਾ ਸਕਿਆ। ਹੁਣ ਜੇ ਸਾਡੇ ਇਹੋ ਜਿਹੇ ਹਾਲਾਤ ਬਣ ਜਾਣ, ਸਾਡੇ ਕੋਈ ਅਪੀਲ ਵੀ ਕਰਦੇ ਕਿ ਬਿਜਲੀ ਦਾ ਲੋਡ ਵੱਧ ਰਿਹਾ ਹੈ ਕਿ ਤੁਸੀਂ ਆਪਣੇ ਏਸੀ ਬੰਦ ਕਰ ਲਓ, ਮੈਨੂੰ ਨਹੀਂ ਲੱਗਦਾ ਕਿ ਕੋਈ ਏਸੀ ਬੰਦ ਕਰੋ। ਇਹ ਹੋ ਸਕਦਾ ਹੈ ਕਿ ਸਾਰੇ ਏਸੀ ਅਸੀਂ ਚਲਾਉਣੇ ਸ਼ੁਰੂ ਕਰ ਦਈਏ। ਯੂਰਪ ਦੇ ਵਿੱਚ ਆਪਾਂ ਕਦੇ ਨਹੀਂ ਸੁਣਿਆ ਸੀਗਾ ਕਿ ਤਾਪਮਾਨ ਇੰਨਾ ਅਪ ਰਹੇਗਾ। ਇਸ ਵਾਰ ਇੰਗਲੈਂਡ ਦੇ ਹਾਲਾਤ ਹੈ ਸਾਡੇ ਸਾਹਮਣੇ ਹੈ ਕਿ ਉੱਥੇ ਜਿਹੜਾ ਟੈਂਪਰੇਚਰ ਹੈ ਕਿ 40 ਡਿਗਰੀ ਤੋਂ ਕ੍ਰਾਸ ਕੀਤਾ ਹੈਗਾ। ਦੱਸਦੇ ਨੇ ਕਿ ਉੱਥੇ ਤਾਂ ਪਟੜੀਆਂ ਵੀ ਜਿਹੜੀਆਂ ਹੈਗੀਆਂ ਰੇਲ ਪਟੜੀਆਂ ਸੀ ਉਹ ਵੀ ਪਿਘਲ ਗਈਆਂ ਸੀਗੀਆਂ। ਇਸ ਤਰ੍ਹਾਂ ਸਪੇਨ ਦੇ ਵਿੱਚ ਜਿਹੜਾ ਪਾਰਾ ਹੈ ਉਹ 44 ਡਿਗਰੀ ਨੂੰ ਕ੍ਰਾਸ ਕਰ ਗਿਆ ਸੀਗਾ। ਪੁਰਤਗਾਲ ਦੇ ਵਿੱਚ ਲੋਕ ਘਰਾਂ ਤੋਂ ਬਾਹਰ ਆ ਗਏ ਸੀ। ਜੰਗਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ ਨੇ। ਇਹੀ ਹਾਲ ਸਾਡੇ ਹੁਣ ਭਾਰਤ 'ਚ ਹੁੰਦਾ ਜਾ ਰਿਹਾ। ਜਿਸ ਤਰ੍ਹਾਂ ਦਾ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸਾਡਾ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਉਹ ਨੇਚਰ ਦੇ ਪੱਖ 'ਚ ਨਹੀਂ ਖੜਦਾ, ਉਹ ਮੁਨਾਫੇ ਦੇ ਪੱਖ 'ਚ ਖੜਦਾ ਹੈਗਾ।
ਕਿ ਸਾਡੇ ਜਿਹੜੇ ਕਾਰਪੋਰੇਟ ਘਰਾਣੇ, ਜਿਸ ਤਰ੍ਹਾਂ ਅਰਬਨਾਈਜੇਸ਼ਨ ਹੋ ਰਹੀ ਹੈ, ਸ਼ਹਿਰਾਂ ਦੇ ਵਿੱਚ ਨਵੀਆਂ ਕਲੋਨੀਆਂ ਆਲੀਸ਼ਾਨ ਬਣ ਰਹੀਆਂ ਨੇ, ਉੱਥੇ ਸਭ ਕੁਝ ਆਲੀਸ਼ਾਨ ਹੁੰਦਾ ਪਰ ਕੁਦਰਤ ਗੈਰ ਹਾਜ਼ਰ ਹੁੰਦੀ ਹੈ। ਉੱਥੇ ਜਿਹੜੇ ਦਰਖਤ ਜਾਂ ਪੌਦੇ ਲਾਏ ਜਾਂਦੇ ਆ ਉਹ ਵੀ ਮਤਲਬ ਜਿਹੜੇ ਫੁੱਲਾਂ ਵਾਲੇ ਆ ਔਰਨਾਮੈਂਟਲ ਹੈ ਉਹ ਲਗਾਏ ਜਾਂਦੇ ਨੇ। ਜਿਹੜੇ ਸਾਡੇ ਨੇਚਰ ਦੇ ਪੱਖ ਦੇ ਵਿੱਚ ਨਿੰਮ, ਪੀਪਲ, ਬੋਹੜ ਇੱਦਾਂ ਦੇ ਦਰਖਤ ਹੈ ਉਹ ਸਾਨੂੰ ਨਾ ਤਾਂ ਪਾਰਕਾਂ 'ਚ ਮਿਲਦੇ ਨੇ, ਨਾ ਸਾਨੂੰ ਨਵੀਆਂ ਕਲੋਨੀਆਂ ਦੇ ਵਿੱਚ ਮਿਲਦੇ ਨੇ। ਠੀਕ ਹੈ ਕਿ ਜਿਹੜੇ ਐਕਸਪ੍ਰੈਸ ਵੇ ਬਣਦੇ ਹੈ ਉਹਨਾਂ 'ਤੇ ਜ਼ਰੂਰ ਇਹ ਦਰਖਤ ਲਾ ਦਿੱਤੇ ਜਾਂਦੇ ਨੇ, ਉੱਥੇ ਵੀ ਇਸ ਕਰਕੇ ਲਾ ਦਿੱਤੇ ਜਾਂਦੇ ਆ ਕਿ ਉਹਨਾਂ ਦੀ ਮੇਨਟੇਨੈਂਸ ਦੀ ਇੰਨੀ ਫਿਰ ਦੇਖਭਾਲ ਨਹੀਂ ਕਰਨੀ ਪੈਂਦੀ, ਕਿ ਉਹਨਾਂ ਨੂੰ ਪਾਣੀ ਦੀ ਇੰਨੀ ਲੋੜ ਨਹੀਂ ਹੁੰਦੀ। ਤਾਂ ਇਹ ਚੀਜ਼ਾਂ ਵੀ ਧਿਆਨ 'ਚ ਰੱਖਣੀਆਂ ਪੈਣਗੀਆਂ ਸਾਨੂੰ। ਇੰਡਸਟਰੀਲਾਈਜੇਸ਼ਨ ਹੋਈ ਹੈ, ਸਨਅਤੀਕਰਨ ਦੇ ਨਾਲ ਪ੍ਰਦੂਸ਼ਣ ਵਧਿਆ ਜੀ, ਅਤੇ ਇਹ ਪ੍ਰਦੂਸ਼ਣ ਦਾ ਹੀ ਪ੍ਰਤਾਪ ਹੈ, ਨਾ ਹੀ ਸਾਡੇ ਸਰਕਾਰਾਂ ਨੇ ਰੋਕਿਆ। ਠੀਕ ਹੈ ਕਿ ਮੈਂ ਨਹੀਂ ਦੇਖਿਆ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਜਿਹੜਾ ਚੋਣ ਮੈਨੀਫੈਸਟੋ ਬਣਦਾ ਉਹਦੇ ਵਿੱਚ ਇਨਵਾਇਰਨਮੈਂਟ ਦੇ ਮੁੱਦੇ ਨੂੰ ਜਿਹੜਾ ਸ਼ਾਮਲ ਕੀਤਾ ਹੋਵੇ। ਪੰਜਾਬ ਦੇ ਵਿੱਚ ਕੁਝ ਧਿਰਾਂ ਨੇ ਇਸ ਪਾਸੇ ਜਿਹੜੀ ਮੂਵਮੈਂਟ ਵੀ ਚਲਾਈ ਸੀ, ਪਰ ਸਾਡੀਆਂ ਜਿਹੜੀਆਂ ਸਰਕਾਰਾਂ ਹੈ ਉਹਨਾਂ ਦੇ ਕੰਨ 'ਤੇ ਜਿਹੜੀ ਜੂੰ ਨਹੀਂ ਸਰਕਦੀ। ਐਤਕੀ ਸਾਡੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ 11 ਸਤੰਬਰ ਹੋ ਗਈ ਹੈ ਅੱਜ, ਅਤੇ ਬਿਜਲੀ ਦੀ ਡਿਮਾਂਡ ਹੈ ਜਿਹੜੀ ਉਹ 22% ਦੀ ਹੈ, ਜਿਹੜੀ ਇਕੱਲੇ ਆ 10 ਦਿਨਾਂ ਦੀ ਡਾਟਾ ਸਾਡੇ ਸਾਹਮਣੇ ਹੈ ਕਿ 22% ਦੀ ਡਿਮਾਂਡ ਵਧੀ ਹੋਈ ਹੈ ਪਿਛਲੇ ਸਾਲ ਨਾਲੋਂ। ਇਹ ਠੀਕ ਹੈ ਕਿ ਮੰਗ ਦੀ ਜਿਹੜੀ ਪੂਰਤੀ ਹੋ ਰਹੀ ਹੈ। ਪਾਵਰਕੌਮ ਨੇ ਆਪਣੀ ਸਮਾਰਟ ਗੇਮ ਐਤਕੀ ਖੇਡੀ ਹੈ ਕਿ ਉਹਨਾਂ ਨੇ ਬੈਂਕਿੰਗ ਦੇ ਥਰੂ ਕਿ ਜਦੋਂ ਲੋੜ ਨਹੀਂ ਸੀ ਆਪਣੀ ਬਿਜਲੀ ਵੇਚੀ, ਹੁਣ ਜਦੋਂ ਲੋੜ ਹੈ ਬਿਜਲੀ ਲੈ ਰਹੇ ਨੇ। ਇਹਦੇ ਬਾਵਜੂਦ ਵੀ ਉਹਨਾਂ ਦੇ ਜਿਹੜੇ CMD ਹੈ ਹੁਣ ਉਹ ਕਹਿ ਰਹੇ ਕਿ ਅਸੀਂ ਵਚਨਬੱਧ ਹਾਂ, ਪੰਜਾਬ ਦੇ ਬਲਦੇਵ ਸਿੰਘ ਸਰਾਂ, ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇਣ ਲਈ ਵਚਨਬੱਧ ਹਾਂ ਔਰ ਕੋਈ ਪਾਵਰ ਕੱਟ ਨਾ ਲਾਇਆ ਅਤੇ ਨਾ ਹੀ ਅਸੀਂ ਲਾਵਾਂਗੇ। ਔਰ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਾਨੂੰ ਬਿਜਲੀ ਹੈ ਜਿਹੜੀ ਹੁਣ ਉਹ ਸੰਜਮ ਨਾਲ ਵਰਤਣੀ ਪਏਗੀ। ਪਰ ਆਤਿਸ਼ ਇਹ ਹੈ ਕਿ ਹੁਣ ਆਪਾਂ ਕਹੀਏ ਕਿ ਸਾਡੀ ਕੁਦਰਤ ਦਾ ਜਿਹੜਾ ਵਿਗਾੜ ਪੈਦਾ ਹੋਇਆ ਹੈ ਅਸੀਂ ਹੁਣ ਰਾਤੋਂ ਰਾਤ ਖਤਮ ਕਰ ਦਿਆਂਗੇ, ਜਾਂ ਜਿਹੜੀ ਟੈਂਪਰੇਚਰ ਨੂੰ ਇੱਕਦਮ ਅਸੀਂ ਸਟੇਬਲ ਕਰ ਲਵਾਂਗੇ, ਉਹ ਹੁਣ ਸਾਡੇ ਹੱਥ 'ਚ ਨਹੀਂ ਰਿਹਾ। ਅਸੀਂ ਇੱਕ ਲੰਬੀ ਕੜੀ ਦੇ ਵਿੱਚ ਆਪਣਾ ਜਿਹੜਾ ਵਾਤਾਵਰਨ ਹੈ ਉਹਨੂੰ ਖਰਾਬ ਕੀਤਾ ਹੈ, ਅਤੇ ਉਹਨੂੰ ਠੀਕ ਕਰਨ ਦੇ ਲਈ ਵੀ ਓਨਾ ਟਾਈਮ ਹੀ ਲੱਗੇਗਾ। ਲੋੜ ਇਸ ਗੱਲ ਦੀ ਹੈ ਕਿ ਅਸੀਂ ਅੱਜ ਤੋਂ ਹੀ ਇਸ ਰਾਹ ਵੱਲ, ਇਸ ਪੋਜ਼ਿਟਿਵਿਟੀ ਨਾਲ ਨੇਚਰ ਪ੍ਰਤੀ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਅੱਗੇ ਵਧੀਏ। ਜੀ ਚਰਨਜੀਤ ਜੀ, ਵਾਤਾਵਰਨ ਨਾਲ ਹੀ ਜੁੜਿਆ ਹੋਇਆ ਇੱਕ ਵੱਡਾ ਮਾਮਲਾ ਹੈ ਪਰਾਲੀ ਦਾ, ਜਿਸ ਨੂੰ ਪਰਾਲੀ ਨੂੰ ਲੈ ਕੇ ਜਿਹੜਾ ਹਰ ਸਾਲ ਕਈ ਤਰ੍ਹਾਂ ਦੀ ਗੱਲਾਂ ਸਾਹਮਣੇ ਆਉਂਦੀਆਂ। ਪ੍ਰਦੂਸ਼ਣ ਦਾ ਵੀ ਵੱਡਾ ਕਾਰਨ ਮੰਨਿਆ ਜਾਂਦਾ, ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਖਾਤਮੇ ਲਈ ਕੇਂਦਰ ਸਰਕਾਰ ਕੋਲ ਇੱਕ ਤਜਵੀਜ਼ ਭੇਜੀ ਗਈ ਸੀ, ਜਿਸ ਨੂੰ ਕਿ ਕੇਂਦਰ ਸਰਕਾਰ ਨੇ ਠੁਕਰਾ ਦਿੱਤਾ, ਅਤੇ ਉਸ ਤੋਂ ਬਾਅਦ ਇੱਕ ਨਵੇਕਲੇ ਹਾਲਾਤ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ। ਇਸ ਬਾਰੇ ਵੀ ਜ਼ਰੂਰ ਚਾਨਣਾ ਪਾਓ। ਦੇਖੋ, ਜਦੋਂ ਵੀ ਪਰਾਲੀ ਦੀ ਗੱਲ ਆਉਂਦੀ ਹੈਗੀ ਹੈ ਤਾਂ ਦਿੱਲੀ ਸਰਕਾਰ ਹਮੇਸ਼ਾ ਜਿਹੜੀ ਪੰਜਾਬ ਸਰਕਾਰ ਨੂੰ ਕਟਹਿਰੇ 'ਚ ਖੜੀ ਕਰਦੀ ਹੈ। ਜੀ ਬਿਲਕੁਲ। ਹੁਣ ਐਤਕੀ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਦੀ ਸਰਕਾਰ ਹੈ। ਤਾਂ ਹੁਣ ਬੜਾ ਔਖਾ ਹੋਏਗਾ ਸਿੱਧੇ ਤੌਰ 'ਤੇ ਬਲੇਮ ਕਰਨਾ ਕਿ ਪੰਜਾਬ ਦਾ ਧੂੰਆਂ ਹੈ ਜਿਹੜਾ ਉਹ ਦਿੱਲੀ 'ਤੇ ਮਾਰ ਕਰਦਾ ਹੈਗਾ। ਪਰ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਔਰ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਇੱਕ ਆਪਸੀ ਸਹਿਮਤੀ ਬਣਾਈ ਸੀ ਕਿ ਜਦੋਂ ਪਰਾਲੀ ਦਾ ਸੀਜ਼ਨ ਆਏਗਾ ਕਿ ਕਿਸਾਨ ਪਰਾਲੀ ਨੂੰ ਨਾ ਸਾੜਨ। ਇੱਕ ਪ੍ਰਪੋਜ਼ਲ ਤਿਆਰ ਕੀਤੀ ਸੀ ਕਿ ਅਸੀਂ ਕਿਸਾਨਾਂ ਨੂੰ 2500 ਰੁਪਇਆ ਪ੍ਰਤੀ ਏਕੜ ਇਨਸੈਂਟਿਵ ਦੇਵਾਂਗੇ। ਕਿਸਾਨ ਉਹ ਸਾਡੇ ਕੋਲੋਂ ਵਿੱਤੀ ਮਦਦ ਲੈਣਗੇ, ਜਾਂ ਆਪਾਂ ਕਹਿ ਲਈਏ ਕਿ ਬੋਨਸ ਲੈਣਗੇ, ਅਤੇ ਉਹਦੇ ਬਦਲੇ ਵਿੱਚ ਉਹ ਪਰਾਲੀ ਨੂੰ ਅੱਗ ਨਹੀਂ ਲਾਉਣਗੇ। ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹਦੇ 'ਚ 1500 ਰੁਪਇਆ ਜਿਹੜਾ ਭਾਰਤ ਸਰਕਾਰ ਕੰਟਰੀਬਿਊਟ ਕਰੇ, 500 ਸਰਕਾਰ ਪੰਜਾਬ ਸਰਕਾਰ, 500 ਜਿਹੜਾ ਦਿੱਲੀ ਸਰਕਾਰ। ਪਰ ਉਹ ਭਾਰਤ ਸਰਕਾਰ ਨੇ ਉਸ ਪ੍ਰਪੋਜ਼ਲ ਨੂੰ ਜਿਹੜਾ ਹੈਗਾ ਰੱਦ ਕਰ ਦਿੱਤਾ, ਅਤੇ ਮੁੱਖ ਮੰਤਰੀ ਕਹਿੰਦੇ ਨੇ ਕਿ ਚਾਹੇ ਉਸ ਨੂੰ ਰੱਦ ਕਰ ਦਿੱਤਾ ਪਰ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ, ਅਸੀਂ ਜ਼ਿੰਮੇਵਾਰੀ ਤੋਂ ਪਿਛਾਂਹ ਨਹੀਂ ਹਟਾਂਗੇ। ਇਹ ਗੱਲ ਬਿਲਕੁਲ ਉਹਨਾਂ ਦੀ ਕਹਿਣ ਲਈ ਠੀਕ ਹੋ ਸਕਦੀ ਹੈਗੀ ਹੈ, ਉਹ ਆਪਣੀ ਜ਼ਿੰਮੇਵਾਰੀ ਦੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਸਕਦੇ ਨੇ। ਪਰ ਜਦੋਂ ਅਸੀਂ ਇਹਨੂੰ ਪ੍ਰੈਕਟੀਕਲ ਸ਼ੇਪ ਦੇ ਵਿੱਚ ਦੇਖਦੇ ਹਾਂ ਉਦੋਂ ਸਾਨੂੰ ਕਾਫੀ ਮੁਸ਼ਕਲ ਜਾਪਦਾ ਹੈ। ਹੁਣ ਜਦੋਂ ਜ਼ੀਰੋ ਬਿੱਲ ਅਸੀਂ ਲੋਕਾਂ ਦੇ ਕਹਿੰਦੇ ਹਾਂ ਕਿ ਜ਼ੀਰੋ ਬਿੱਲ ਆਉਣਗੇ, ਆਤਿਸ਼ ਤੁਹਾਨੂੰ ਪਤਾ ਹੈ ਕਿ ਜਿਹੜਾ ਅਗਸਤ ਅਤੇ ਔਰ ਸਤੰਬਰ ਦੇ 11 ਦਿਨਾਂ ਦਾ ਜਿਹੜਾ ਡਾਟਾ ਸਾਡੇ ਸਾਹਮਣੇ ਆਇਆ ਉਹਦੇ ਵਿੱਚ ਇਹ ਹੈ ਕਿ ਜਿਹੜਾ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਬਸਿਡੀ ਜਿਹੜੀ ਪ੍ਰਤੀ ਘੰਟਾ 2 ਕਰੋੜ ਰੁਪਏ ਦੀ ਦੇ ਰਹੀ ਹੈ। ਡੇਲੀ ਪੰਜਾਬ ਸਰਕਾਰ 50 ਕਰੋੜ ਰੁਪਏ ਇਕੱਲੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਬਸਿਡੀ ਵਜੋਂ ਦੇ ਰਹੀ ਹੈ, ਚਾਹੇ ਉਹ ਜ਼ੀਰੋ ਬਿੱਲ ਵਾਲੇ ਹੋਣ, ਚਾਹੇ ਇੰਡਸਟਰੀ ਹੋਵੇ, ਚਾਹੇ ਐਗਰੀਕਲਚਰ ਸੈਕਟਰ ਹੋਵੇ, ਸਾਰਿਆਂ ਨੂੰ ਮਿਲਾ ਕੇ। ਹੁਣ ਪਿਛਲੇ ਅਸੀਂ ਅਗਸਤ ਦੀ ਜਦੋਂ ਗੱਲ ਕਰਦੇ ਹਾਂ 2021 ਦੀ, ਉਦੋਂ 1 ਮਹੀਨੇ ਦੀ ਜਿਹੜੀ ਡੋਮੈਸਟਿਕ ਦੀ ਸਬਸਿਡੀ ਬਣੀ ਸੀ ਉਹ ਸਿਰਫ 180 ਕਰੋੜ
ਦੇ ਕਰੀਬ ਬਣੀ ਸੀਗੀ। ਬਿਲਕੁਲ ਠੀਕ ਹੈ, ਹੁਣ ਐਤਕੀ 650 ਕਰੋੜ ਹੋ ਗਈ ਹੈ। ਜੀ। ਕਿੰਨੇ ਵੱਧ ਹੈ? ਸਰਕਾਰ ਲਈ ਤਾਂ ਸਬਸਿਡੀ ਪੇ ਕਰਨੀ ਮੁਸ਼ਕਲ ਹੋ ਜਾਣੀ ਹੈ। ਇਸ ਤਰ੍ਹਾਂ ਦੇ ਨਵੇਂ ਖਰਚੇ ਚੱਕਣੇ ਵਿੱਤੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਇੰਨੇ ਹਜੇ ਪੱਕੇ ਪੈਰੀ ਹੋਈ ਨਹੀਂ ਕਿ ਉਹ ਪਰਾਲੀ ਦੇ ਵੀ 2500 ਰੁਪਏ ਕਿਸਾਨਾਂ ਨੂੰ ਜਿਹੜਾ ਪੇ ਕਰ ਸਕੇ, ਕਿਉਂਕਿ ਗੰਨੇ ਦੇ ਬਕਾਏ ਸੀ 75 ਕਰੋੜ ਰੁਪਏ ਦਾ, ਉਹ ਹੁਣ ਤਾਰਿਆ। ਸਤੰਬਰ ਮਹੀਨੇ ਜਿਹੜੀ ਅਗਸਤ ਮਹੀਨੇ ਦੀ ਪੇ ਦੇਣੀ ਸੀ, ਆਪਾਂ ਦੇਖਿਆ ਕਿ ਸਰਕਾਰ ਦਾ ਕੀ ਹਾਲ ਸੀ ਬਿਲਕੁਲ ਕਿ ਉਹ ਇੱਕ ਹਫ਼ਤਾ ਪਛੜ ਕੇ ਦਿੱਤੀ ਗਈ। ਤਾਂ ਇਦਾਂ ਦੇ ਹਾਲਾਤਾਂ ਦੇ ਵਿੱਚ ਇਹ ਠੀਕ ਹੈ, ਕਿਉਂਕਿ ਭਾਰਤ ਸਰਕਾਰ ਤਾਂ ਖੇਤੀ ਮਸ਼ੀਨਰੀ ਵੀ ਦੇ ਰਹੀ ਹੈ ਕਿ ਪਰਾਲੀ ਨੂੰ ਤੁਸੀਂ ਇਸ ਤਰ੍ਹਾਂ ਦਾ ਸੀਡਰ ਦੇਤਾ, ਹੈਪੀ ਸੀਡਰ ਦੇਤਾ, ਫਿਰ ਸੁਪਰ ਸੀਡਰ ਦੇਤਾ, ਇਸ ਕਿਸਮ ਦੀ ਮਸ਼ੀਨਰੀ। ਪਰ ਪੰਜਾਬ ਸਰਕਾਰ ਦੇ ਵਿੱਤੀ ਹਾਲਾਤਾਂ ਵੱਲ ਜਦੋਂ ਆਪਾਂ ਝਾਤ ਮਾਰਦੇ ਹਾਂ ਤਾਂ ਸਾਨੂੰ ਉਦੋਂ ਜਿਹੜੇ ਬਿਆਨ ਹੈ ਉਹ ਸਿਰਫ ਇਹ ਲੱਗਦਾ ਕਿ ਬਿਆਨ ਹੀ ਰਹਿ ਜਾਣਗੇ। ਅਗਰ ਸੱਚਮੁੱਚ ਸਰਕਾਰ ਕੋਲੇ ਕੋਈ ਇੱਦਾਂ ਦਾ ਹੈਗਾ, ਕੋਈ ਲਕੂਨਾ ਹੈਗਾ ਕਿ ਉਹ ਦੇ ਸਕਦੇ ਨੇ, ਤਾਂ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਮਦਦ ਕਰੋਗੇ ਤਾਂ ਇਕੱਲਾ ਇਹ ਨਹੀਂ ਕਿ ਇਕੱਲਾ ਤੁਸੀਂ ਫਾਈਨੈਂਸ਼ੀਅਲੀ ਵਿੱਤੀ ਮਦਦ ਕਰਕੇ ਕਰ ਸਕਦੇ ਹੋ, ਨਾਲ ਤੁਹਾਨੂੰ ਕਿਸਾਨਾਂ ਨੂੰ ਜਾਗਰੂਕ ਵੀ ਕਰਨਾ ਪਏਗਾ, ਕਿਉਂਕਿ ਕਿਸਾਨ ਨੂੰ ਦੱਸਣਾ ਪਏਗਾ ਕਿ ਭਾਈ ਤੇਰਾ ਵੀ ਫਰਜ਼ ਹੈ। ਜੇ ਵਾਤਾਵਰਣ ਦੇ ਵਿੱਚ ਵਿਗਾੜ ਪੈਦਾ ਹੁੰਦਾ, ਪ੍ਰਦੂਸ਼ਣ ਪੈਦਾ ਹੁੰਦਾ, ਤਾਂ ਉਹ ਸਭ ਤੋਂ ਪਹਿਲਾਂ ਤੇਰੀ ਸਿਹਤ ਲਈ ਖਤਰਾ ਬਣਦਾ ਹੈ। ਸੋ ਦੋਨੇ ਗੱਲਾਂ ਨੂੰ ਨਾਲੋਂ ਨਾਲ ਲੈ ਕੇ ਸਰਕਾਰ ਨੂੰ ਚੱਲਣਾ ਪਏਗਾ, ਨਾਲੇ ਤਾਂ ਉਹਨਾਂ ਦੀ ਵਿੱਤੀ ਮਦਦ ਵੱਲ ਹੱਥ ਵਧਾਉਣੇ ਪੈਣਗੇ ਤੇ ਨਾਲੋਂ ਨਾਲ ਉਹਨਾਂ ਨੂੰ ਚੇਤਨ ਵੀ ਕਰਨਾ ਪਏਗਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।